ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਦਾ ਵੈਲਕਮ ਹੈ ਅੱਜ ਦੇ ਇਸ ਲਾਈਵ ਕਾਲ 'ਤੇ। ਅਸੀਂ ਮਤਲਬ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦੇ ਹੈਗੇ, ਸਿਰਫ ਥੋੜ੍ਹੀ 2-3 ਚੀਜ਼ਾਂ ਕਲੀਅਰ ਕਰਨੀਆਂ ਚਾਹੁੰਦੇ ਹਾਂ ਜਿਨ੍ਹਾਂ ਦੇ ਸਾਨੂੰ ਇਨਕੁਆਇਰੀਜ਼ ਜਾਂ ਮੈਸੇਜਸ ਆਉਂਦੇ ਆ ਕਿ 26 ਤਰੀਕ ਤੋਂ ਬਾਅਦ ਜਿਹੜਾ ਨਵਾਂ ਡਿਕਰੇਟੋ ਲੇਜੇ ਆਇਆ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਸਟੇਟ ਦੇ ਵਿੱਚ, ਆਪਣੇ ਰੇਜੋਨੇ ਦੇ ਵਿੱਚ ਮੂਵ ਕਰ ਸਕਦੇ ਹੈਗੇ ਆ ਕੰਮ ਵਾਸਤੇ, ਜਾਂ ਤੁਸੀਂ ਬਾਹਰ ਵੀ ਜਾ ਸਕਦੇ ਆ ਜੇਕਰ ਤੁਹਾਡੇ ਕੋਲ ਪਰਮਿਸ਼ਨ ਹੈਗੀ ਹੈ। ਆਪਣੇ ਰਿਲੇਟਿਵਸ ਨੂੰ ਵੀ ਮਿਲ ਸਕਦੇ ਆ, ਪਰ ਸਿਰਫ ਜੇਕਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਐਮਰਜੈਂਸੀ ਹੈ, ਔਰ ਤੁਸੀਂ ਸਿਰਫ ਇਸੇ ਹੀ ਕੰਡੀਸ਼ਨ 'ਤੇ ਮਿਲ ਸਕਦੇ ਆ ਜੇਕਰ ਤੁਸੀਂ ਸੋਸ਼ਲ ਡਿਸਟੈਂਸ ਮੇਨਟੇਨ ਕਰ ਸਕਦੇ ਆ, ਔਰ ਮਾਸਕ ਕੰਪਲਸਰੀ ਹੈ ਪਹਿਨਣਾ ਆਊਟਸਾਈਡ ਵੀ। ਸੋ 26 ਤਰੀਕ ਤੋਂ ਬਾਅਦ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਾਰੇ ਜਾਣੇ ਬਾਹਰ ਜਾ ਸਕਦੇ ਹੈਗੇ, ਸਾਨੂੰ ਕੋਈ ਡਰ ਨਹੀਂ, ਕੋਈ ਫਿਕਰ ਨਹੀਂ, ਕਿਉਂਕਿ ਨੰਬਰ ਅਸੀਂ ਜਿੱਦਾਂ ਦੇਖ ਰਹੇ ਹੈਗੇ ਆ ਪਿਛਲੇ 3-4 ਦਿਨ ਤੋਂ ਘੱਟ ਤੋਂ ਰਹੇ ਹੈ, ਪਰ ਫਿਰ ਵੀ ਹਜੇ ਇਹ ਕ੍ਰਿਟੀਕਲ ਪੁਆਇੰਟ ਹੈ। ਜੇ ਤੁਸੀਂ ਕਦੇ ਜਰਮਨੀ ਦੀ ਨਿਊਜ਼ ਦੇਖੀ ਹੋਏਗੀ, ਜਰਮਨੀ ਦੇ ਵਿੱਚ ਵੀ ਲੋਕਡਾਊਨ ਖੋਲ੍ਹ ਦਿੱਤਾ ਗਿਆ ਸੀਗਾ ਪਿਛਲੇ ਹਫ਼ਤੇ, ਪਰ ਜਿਹੜੇ ਨੰਬਰ ਸੀਗੇ ਫਿਰ ਜ਼ਿਆਦਾ ਤੋਂ ਇੰਕਰੀਜ਼ ਹੋਣ ਲੱਗ ਪਏ ਸੀਗੇ। ਸੋ ਆਪਣੀ ਸੇਫਟੀ ਵਾਸਤੇ ਮਤਲਬ ਵਧੀਆ ਹੈ ਕਿ ਜਿਹੜਾ ਲੋਕਡਾਊਨ ਹੈ ਫਾਈਨਲੀ ਇਹਨੂੰ ਥੋੜ੍ਹਾ ਬਹੁਤਾ ਮਤਲਬ ਰਹਿਤ ਮਿਲ ਰਹੀ ਹੈ, ਅਸੀਂ ਬਾਹਰ ਜਾ ਸਕਦੇ ਹੈਗੇ ਆ, ਪਰ ਫਿਰ ਵੀ ਇੱਥੇ ਮਤਲਬ ਆਪਣੀ ਸਾਵਧਾਨੀ ਔਰ ਸਾਰੇ ਜਿਹੜੇ ਸੇਫਟੀ ਮੇਜਰਮੈਂਟਸ ਹੈ ਇਹਨਾਂ ਨੂੰ ਯੂਜ਼ ਕਰਨਾ ਔਰ ਅਪਲਾਈ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਹਮੇਸ਼ਾ ਹੀ ਜੇ ਤੁਸੀਂ ਮਾਰਕੀਟ ਜਾਂ ਗਰੋਸਰੀ ਜਾ ਰਹੇ ਹੈਗੇ ਮਾਸਕ ਪਹਿਨ ਕੇ ਹੀ ਜਾ ਰਹੇ ਹੋ, ਇਹ ਜਿਹੜੀ ਚੀਜ਼ ਹੈ ਹਜੇ ਵੀ ਕੰਟੀਨਿਊ ਕਰਨੀ ਪੈਣੀ ਹੈ ਜਿੰਨਾ ਚਿਰ ਤੱਕ ਜਿਹੜਾ ਇਹ ਖਤਰਾ ਹੈ, ਰਿਸਕ ਹੈ, ਟੋਟਲੀ ਖ਼ਤਮ ਨਹੀਂ ਹੋ ਜਾਂਦਾ ਹੈਗਾ। ਸੋ ਇੱਕ ਵਾਰ ਫਿਰ ਦੱਸ ਦਿੰਦੀ, ਤੁਸੀਂ ਆਪਣੇ ਸਟ੍ਰਿਕਟਲੀ ਜਿਹੜੇ ਫੈਮਿਲੀ ਮੈਂਬਰਸ ਹੈ, ਜਿੱਦਾਂ ਤੁਹਾਡੇ ਪੇਰੈਂਟਸ ਹੈ ਉਹ ਦੂਰ ਰਹਿ ਰਹੇ ਆ, ਤੁਸੀਂ ਉਹਨਾਂ ਨੂੰ ਮਿਲਣ ਜਾ ਸਕਦੇ ਹੈਗੇ ਆ ਜੇਕਰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਪਰ ਉੱਥੇ ਵੀ ਮਤਲਬ ਤੁਹਾਨੂੰ ਡਿਸਟੈਂਸ ਮੇਨਟੇਨ ਕਰਨਾ ਪੈਣਾ ਹੈਗਾ ਤਾਂ ਕਿ ਇਨ ਕੇਸ ਤੁਸੀਂ ਉਹਨਾਂ ਨੂੰ ਇਨਫੈਕਟ ਨਾ ਕਰ ਸਕੋ। ਜਿੱਥੇ ਤੱਕ ਸਕੂਲ ਦੀ ਗੱਲ ਹੈਗੀ ਆ, ਸਕੂਲ ਜਿਹੜੇ ਸੈਪਟੈਂਬਰ ਤੱਕ ਬੰਦ ਕੀਤੇ ਗਏ ਹੈਗੇ, ਸੋ ਜਿਹੜੀਆਂ ਕਲਾਸਿਸ ਹੈ ਹੁਣ ਤੱਕ ਔਨਲਾਈਨ ਹੀ ਚੱਲਣਗੀਆਂ, ਪਰ ਜਿਹੜੇ ਸਟੂਡੈਂਟਸ ਕੁਇੰਤਾ ਸੁਪਰੀਓਰੀ ਵਿੱਚ ਹੈ ਉਹਨਾਂ ਨੂੰ ਜਿਹੜੇ ਐਗਜ਼ਾਮਸ ਹੈ ਉੱਥੇ ਸਿਟਿੰਗ ਕਰਕੇ ਹੀ ਦੇਣੇ ਪੈਣੇ, ਮਤਲਬ ਫਿਜ਼ੀਕਲ ਪ੍ਰੈਜੈਂਟ ਹੋ ਕੇ ਹੀ ਐਗਜ਼ਾਮ ਦੇਣੇ ਪੈਣੇ ਆ। ਸੋ ਆਪਣੇ ਬੱਚਿਆਂ ਨੂੰ ਜਿਹਨੇ ਕਿਸੇ ਨੇ ਆਖਰੀ ਈਅਰ ਦੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਬੈਸਟ ਆਫ ਲੱਕ ਕਿ ਉਹ ਆਪਣੀ ਤਿਆਰੀ ਇਸ ਇਕੱਲੇ ਹੀ ਕਰ ਰਹੇ ਹੈਗੇ। ਅਨਫੋਰਚੂਨੇਟਲੀ ਇਸ ਸਾਲ ਇਸ ਤਰੀਕੇ ਨਾਲ ਹੀ ਪੜ੍ਹਾਈ ਕਰਨੀ ਪਈ ਸਟੂਡੈਂਟਸ ਨੂੰ ਔਰ ਬੱਚਿਆਂ ਨੂੰ, ਪਰ ਉਹਨਾਂ ਨੂੰ ਜਿਹੜੇ ਐਗਜ਼ਾਮਸ ਹੈ ਫਾਈਨਲ ਈਅਰ ਦੇ ਕੁਇੰਤਾ ਸੁਪਰੀਓਰੇ ਦੇ ਸਕੂਲ ਵਿੱਚ ਜਾ ਕੇ ਹੀ ਦੇਣੇ ਪੈਣੇ ਆ। ਅਤੇ ਦੂਸਰੀ ਚੀਜ਼ ਜਿੱਦਾਂ 2-3 ਦਿਨਾਂ ਤੋਂ ਵਿੱਚ ਕਾਫੀ ਜ਼ਿਆਦਾ ਮਤਲਬ ਆ ਰਹੀ ਹੈ ਕਿ ਕਾਫੀ ਜ਼ਿਆਦਾ ਟਰੈਵਲ ਏਜੰਸੀਜ਼ ਪਰੇਸ਼ਾਨ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਜੇਕਰ ਤੁਹਾਡਾ ਕੋਈ ਫੈਮਿਲੀ ਰਿਲੇਟਿਵ ਉੱਥੇ ਰੁਕਿਆ ਹੋਇਆ, ਉਸ ਦੇ ਵਾਸਤੇ ਸਾਡੇ ਵੱਲੋਂ ਇੱਕ ਸਲਾਹ ਹੈ ਜਿਹੜੀ ਤੁਸੀਂ ਫੋਲੋ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਹੈਗੇ। ਸੋ ਕਰੰਟਲੀ ਅਸੀਂ ਇਹ ਕਹਿ ਸਕਦੇ ਹਾਂ ਕੋਈ ਵੀ ਇੱਕ ਇਹੋ ਜਿਹੀ ਏਅਰਲਾਈਨ ਕੰਪਨੀ ਨਹੀਂ ਹੈ ਜਿਹੜੀ ਇੰਡੀਆ ਤੋਂ ਆਪਰੇਟ ਕਰ ਰਹੀ ਹੈ। ਇੱਕੋ ਹੀ ਏਅਰ ਕੰਪਨੀ ਹੈ ਜਿਹਨੇ 2 ਹਫ਼ਤੇ ਪਹਿਲਾਂ ਇੱਕ ਸਪੈਸ਼ਲ ਫਲਾਈਟ ਲੈ ਕੇ ਆਏ ਸੀਗੇ, ਉਹ ਸੀਗੇ KLM ਦੀ ਫਲਾਈਟ, ਔਰ KLM ਦੀ ਫਲਾਈਟ ਇੰਡੀਆ ਤੋਂ ਦਿੱਲੀ ਤੋਂ ਆਮਸਟਰਡਮ ਆਈ ਹੈ। ਆਮਸਟਰਡਮ ਤੋਂ ਬਾਅਦ ਜਿਹੜੇ ਇਟਲੀ ਵਿੱਚ ਆਉਣਾ ਚਾਹੁੰਦੇ ਸੀ ਉਹਨਾਂ ਨੂੰ ਇੱਕ ਦਿਨ ਆਮਸਟਰਡਮ ਰੁਕਣਾ ਪਿਆ, ਔਰ ਫਿਰ ਉਸ ਤੋਂ ਬਾਅਦ ਫਰੈਂਕਫਰਟ ਤੋਂ ਦੁਬਾਰਾ ਤੋਂ ਮਿਲਾਨ ਦੀ ਫਲਾਈਟ ਮਿਲੀ ਹੈ, ਔਰ ਉਸ ਦੇ ਵਿੱਚ ਜਿਹੜੇ ਪੈਸੇਂਜਰਸ ਆਏ ਸੀਗੇ ਉਹ ਸਾਰੇ ਹੀ ਯੂਰੋਪੀਅਨ ਸਿਟੀਜ਼ਨ ਸੀਗੇ, ਕਿਉਂਕਿ ਉਹ ਜਿਹੜੀ ਫਲਾਈਟ ਸੀਗੀ ਯੂਰੋਪੀਅਨ ਸਿਟੀਜ਼ਨ ਵਾਸਤੇ ਹੀ ਚਲਾਈ ਗਈ ਸੀ, ਅਤੇ ਉਹਦੀ ਜਿਹੜੀ ਪ੍ਰਾਈਸ ਸੀਗੀ ਤਕਰੀਬਨ 1100-1200 ਯੂਰੋ ਦੇ ਵਿੱਚ ਸੀਗੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇੱਥੋਂ ਗਏ ਲੋਕ ਇੰਡੀਆ ਦੇ ਵਿੱਚ ਸਟਕ ਹੋਏ ਹੈ ਔਰ ਉਹਨਾਂ ਦੇ ਕੋਲ ਪਾਸਪੋਰਟ ਨਹੀਂ ਸੀਗਾ, ਉਹਨਾਂ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਹੈਗੀ ਜਿੰਨਾ ਚਿਰ ਇੰਡੀਆ ਆਪਣਾ ਜਿਹੜਾ ਏਅਰ ਸਪੇਸ ਹੈ ਉਹਨੂੰ ਓਪਨ ਨਹੀਂ ਕਰ ਰਹੀ ਹੈਗੀ। ਕਿਉਂਕਿ ਇਹ ਨਹੀਂ ਕਿ ਕੰਪਨੀਜ਼ ਜਿਹੜੀਆਂ ਉਹ ਚਲਾਉਣਾ ਨਹੀਂ ਚਾਹੁੰਦੀਆਂ ਹੈਗੀਆਂ, ਇੰਡੀਆ ਨੇ ਆਪਣਾ ਜਿਹੜਾ ਏਅਰ ਸਪੇਸ ਹੈ ਇਹ ਬੰਦ ਕੀਤਾ ਹੋਇਆ ਹੈਗਾ ਸਾਰਿਆਂ ਦੇ ਵਾਸਤੇ, ਕਮ ਸੇ ਕਮ ਜਿੰਨਾ ਚਿਰ ਲੋਕਡਾਊਨ ਨਹੀਂ ਖੁੱਲ੍ਹਦਾ ਹੈਗਾ। ਸੋ ਕੋਈ ਵੀ ਇੱਕ ਇਹੋ ਜਿਹੀ ਏਅਰ ਕੰਪਨੀ ਨਹੀਂ ਹੈ ਜਿਹੜੀ ਆਪਰੇਟ ਕਰ ਸਕਦੀ ਹੈ। ਸਿਰਫ ਜਿਹੜੀਆਂ ਏਅਰ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹ ਜੇਕਰ ਬਾਹਰਲੀਆਂ ਇਹਨਾਂ ਕੰਟਰੀਜ਼ ਦੇ ਵਿੱਚੋਂ ਪ੍ਰੈਸ਼ਰ ਪੈਂਦਾ ਹੈ, ਜਿਵੇਂ KLM ਜਾਂ ਏਅਰ ਲੁਫਤਾਨਸਾ, ਸੋ ਇਹ ਫਲਾਈਟਸਾਂ ਜਾਂਦੀਆਂ ਨੇ
ਪਰ ਸਿਰਫ ਔਰ ਸਿਰਫ ਵਾਪਸ ਲੈ ਕੇ ਆਉਣ ਵਾਸਤੇ ਯੂਰੋਪੀਅਨ ਸਿਟੀਜ਼ਨ ਜਿਨ੍ਹਾਂ ਦੇ ਕੋਲ ਯੂਰੋਪੀਅਨ ਪਾਸਪੋਰਟ ਹੈ ਅਤੇ ਜਿਨ੍ਹਾਂ ਦੇ ਕੋਲ ਪਰਮੈਸੋ ਦੀ ਸੋਜੋਰਨੋ ਹੈ, ਕਾਰਤਾ ਦੀ ਸੋਜੋਰਨੋ ਹੈ, ਉਹਨਾਂ ਨੂੰ ਵੇਟ ਕਰਨਾ ਪੈਣਾ ਹੈਗਾ ਜਿੰਨਾ ਚਿਰ ਲੋਕਡਾਊਨ ਨਹੀਂ ਓਪਨ ਹੁੰਦਾ। ਸੋ ਸਾਡੇ ਵੱਲੋਂ ਇਹ ਸਲਾਹ ਹੈ ਕਿ ਜਿੰਨਾ ਚਿਰ ਤੁਹਾਡੇ ਵੱਲੋਂ ਆਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ ਇੰਡੀਅਨ ਸਰਕਾਰ ਤੋਂ ਕਿ ਲੋਕਡਾਊਨ ਖੁੱਲ੍ਹ ਗਿਆ ਹੈ, ਫਲਾਈਟਾਂ ਚੱਲ ਰਹੀਆਂ ਨੇ, ਆਪਣੇ ਕਿਤੇ ਵੀ ਪੈਸੇ ਵੇਸਟ ਨਾ ਕਰੋ। ਕਿਉਂਕਿ ਉਹਦੇ ਵਿੱਚ ਕੀ ਹੋਏਗਾ, ਜੇ ਤੁਸੀਂ ਇੱਕ ਵਾਰ ਪੈਸੇ ਦੇ ਦੋਗੇ ਉਹ ਤੁਹਾਡੇ ਪੈਸੇ ਖਰਾਬ ਹੋ ਜਾਣਗੇ। ਕੀ ਹੋ ਸਕਦਾ ਹੈਗਾ ਕਿ ਤੁਸੀਂ ਉਸੇ ਹੀ ਏਜੰਟ ਤੋਂ ਮਜਬੂਰ ਹੋਵੋਗੇ ਦੁਬਾਰਾ ਤੋਂ ਟਿਕਟ ਲੈਣ ਵਾਸਤੇ, ਜਾਂ ਉਸੇ ਹੀ ਏਅਰ ਕੰਪਨੀ ਤੋਂ, ਜਦੋਂ ਹੋ ਸਕਦਾ ਹੈ ਕਿ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਜਿਹੜੇ ਪ੍ਰਾਈਸਿਸ ਹੈ ਉਹ ਥੋੜ੍ਹੇ ਘੱਟ ਜਾਣ। ਸੋ ਵੇਟ ਕਰੋ। ਜੇ ਤੁਸੀਂ ਆਪਣੇ ਘਰ ਦੇ ਵਿੱਚ ਹੋ, ਤੁਸੀਂ ਆਪਣੀ ਫੈਮਿਲੀ ਦੇ ਨਾਲ ਹੋ, ਇੰਡੀਆ ਵਿੱਚ ਹੋ, ਤੁਹਾਨੂੰ ਕੋਈ ਖਾਸ ਪਰੇਸ਼ਾਨੀ ਨਹੀਂ ਹੈ, ਫਿਲਹਾਲ ਬਿਹਤਰ ਸੋਲਿਊਸ਼ਨ ਇਹੀ ਹੈ ਕਿ ਤੁਸੀਂ ਆਪਣੇ ਘਰ ਸੇਫ ਰਹੋ। ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੁਣ ਹੈਗੀ ਆ ਉਹ ਹੈ ਸੇਫ ਹੋਣਾ। ਇੰਡੀਆ ਦੇ ਵਿੱਚ ਜਿਹੜੇ ਕੇਸਿਸ ਹੈ ਉਹ ਵੱਧ ਰਹੇ ਆ, ਕਾਫੀ ਜ਼ਿਆਦਾ ਵੱਧ ਰਹੇ ਹੈਗੇ ਆ। ਤਾਂ ਇਸ ਕਰਕੇ ਰਿਸਕ ਨਹੀਂ ਲੈਣਾ ਚਾਹੀਦਾ ਵਾਪਸ ਇੱਥੇ ਆਉਣ ਦਾ, ਜੇਕਰ ਤੁਹਾਨੂੰ ਪਤਾ ਹੈ ਕਿ ਸੇਫ ਨਹੀਂ ਹੈ। ਹੁਣ ਜੇ ਤੁਸੀਂ ਆਉਣਾ ਚਾਹੁੰਦੇ ਹੈਗੇ ਆ ਯੂਰਪ ਦੇ ਵਿੱਚ ਵਾਪਸ, ਤੁਹਾਨੂੰ ਜਿੱਦਾਂ ਦੱਸਿਆ ਹੈਗਾ, ਪਹਿਲਾਂ ਤੁਸੀਂ ਦਿੱਲੀ ਜਾਓਗੇ, ਦਿੱਲੀ ਤੋਂ ਫਿਰ ਆਮਸਟਰਡਮ ਜਾਂ ਫਰੈਂਕਫਰਟ ਦੀ ਫਲਾਈਟ ਹੋਏਗੀ, ਵਿੱਚ ਤੁਹਾਨੂੰ ਰੁਕਣਾ ਵੀ ਪੈ ਸਕਦਾ। ਔਰ ਇਹ ਵੀ ਹੈ ਕਿ ਪਲੇਨ ਦੇ ਵਿੱਚ ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਉਹ ਮੇਨਟੇਨ ਨਾ ਕੀਤੀ ਜਾਵੇ। ਸੋ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸਾਰੇ ਜਾਣੇ ਪਲੇਨ ਦੇ ਵਿੱਚ ਇੱਕ ਦੂਸਰੇ ਦੇ ਨਾਲ ਹੀ ਹੋਵੋਗੇ। ਸੋ ਬਹੁਤ ਵੱਡਾ ਰਿਸਕ ਹੈ, ਤੁਸੀਂ ਉੱਥੇ ਇਨਫੈਕਟ ਹੋ ਸਕਦੇ ਹੈਗੇ। ਵੇਟ ਕਰੋ ਜਿੰਨਾ ਚਿਰ ਹਾਲਾਤ ਨਹੀਂ ਬਿਹਤਰ ਹੁੰਦੇ, ਨਹੀਂ ਮਤਲਬ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ ਹੈਗੀ। ਜੇਕਰ ਤੁਹਾਨੂੰ ਜ਼ਿਆਦਾ ਹੀ ਇਸ ਤਰ੍ਹਾਂ ਦੀ ਮਤਲਬ ਡਾਊਟ ਹੈ ਕਿ ਫਲਾਈਟ ਨਹੀਂ ਚੱਲ ਰਹੀ, ਕਿਉਂ ਨਹੀਂ ਚੱਲ ਰਹੀ ਹੈਗੀ, ਇਟਾਲੀਅਨ ਅੰਬੈਸੀ ਨਿਊ ਦਿੱਲੀ ਨੂੰ ਈਮੇਲ ਕਰ ਦਿਓ ਜਾਂ ਕਾਲ ਕਰ ਦਿਓ। ਇਹ ਵੀ ਪੱਕਾ ਹੈ ਕਿ ਦੱਸ ਸਕਦੇ ਹਾਂ ਕਿ ਉਹ ਬਹੁਤ ਜ਼ਿਆਦਾ ਬਿਜ਼ੀ ਹੈ, ਬਹੁਤ ਜ਼ਿਆਦਾ ਮਤਲਬ ਲੋਕ ਇਨਕੁਆਇਰੀ ਕਰ ਰਹੇ ਹੈਗੇ, ਪਰ ਕੋਈ ਰਿਪਲਾਈ ਨਹੀਂ ਆ ਰਿਹਾ ਹੈਗਾ, ਪਰ ਜਵਾਬ ਦੇ ਦਿੰਦੇ ਆ ਜਿਵੇਂ ਅਸੀਂ ਕੀਤਾ ਹੈਗਾ। ਅਸੀਂ ਉਹਨਾਂ ਨੂੰ ਲਿਖਿਆ ਹੈ ਅਤੇ ਉਹਨਾਂ ਵੱਲੋਂ ਇਹੀ ਰਿਪਲਾਈ ਆਇਆ ਹੈ ਕਿ ਜਿੰਨਾ ਚਿਰ ਲੋਕਡਾਊਨ ਨਹੀਂ ਖੁੱਲ੍ਹਦਾ ਹੈਗਾ, ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈਗਾ, ਅਤੇ ਪ੍ਰਾਇਓਰਿਟੀ ਫਿਲਹਾਲ ਜੇਕਰ ਕੋਈ ਫਲਾਈਟ ਤਿਆਰ ਹੁੰਦੀ ਹੈ ਉਹ ਹੈ ਯੂਰੋਪੀਅਨ ਪਾਸਪੋਰਟ ਵਾਲਿਆਂ ਨੂੰ। ਪਰਮੈਸੋ ਦੀ ਸੋਜੋਰਨੋ ਜਿਨ੍ਹਾਂ ਦੇ ਕੋਲ ਹੈ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ, ਕਿਉਂਕਿ ਉਹਨਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ। ਤੋ ਇਹ ਚੀਜ਼ਾਂ ਦਾ ਖਿਆਲ ਰੱਖੋ। ਤੁਸੀਂ ਕਿਸੇ ਵੀ ਏਜੰਟ ਦੇ ਵਿੱਚ ਮਤਲਬ ਜ਼ਰੂਰ ਤੁਸੀਂ ਇਨਫੋਰਮੇਸ਼ਨ ਲਵੋ, ਜ਼ਰੂਰ ਜਾਣਕਾਰੀ ਲਵੋ, ਪਰ ਨਾਲ ਦੀ ਨਾਲ ਜਿਹੜੀਆਂ ਆਫੀਸ਼ੀਅਲ ਚੈਨਲਸ ਹੈ, ਜਿਵੇਂ ਫਾਰਨੇਜ਼ੀਨਾ ਦਾ ਵੈਬਸਾਈਟ ਹੈ, ਵਿਆਜਾਰੇ ਸਿਕੂਰੀ ਪੁੰਟੋ ਇਟ ਹੈ, ਕਿ ਜਾਂ ਜਿਹੜੀਆਂ ਏਅਰਲਾਈਨਸ ਦੀਆਂ ਕਸਟਮਰ ਕੇਅਰਸ ਹੈ, ਉਹਨਾਂ ਨੂੰ ਜ਼ਰੂਰ ਕੰਟੈਕਟ ਕਰੋ, ਬਿਕੋਜ਼ ਉਹਨਾਂ ਦੇ ਨਾਲ ਹੀ ਤੁਸੀਂ ਇਨਫੋਰਮੇਸ਼ਨ ਨੂੰ ਸ਼ੋਰ ਕਰ ਸਕਦੇ ਹੋ ਕਿ ਹਾਂ ਵੀ ਟਰੈਵਲ ਏਜੰਟ ਜੋ ਕਹਿ ਰਿਹਾ ਉਹ ਐਕਚੁਅਲ ਦੇ ਵਿੱਚ ਇਸ ਤਰ੍ਹਾਂ ਹੀ ਹੈ ਜਾਂ ਨਹੀਂ ਹੈ। ਅੱਜ ਦੇ ਦਿਨ ਦੇ ਵਿੱਚ ਇਨਫੋਰਮੇਸ਼ਨ ਗੈਦਰ ਕਰਨਾ ਬਹੁਤ ਜ਼ਿਆਦਾ ਕੰਪਲੀਕੇਟਡ ਨਹੀਂ ਹੈ, ਸਭ ਦੇ ਕੋਲ ਇੰਟਰਨੈਟ ਐਕਸੈਸ ਹੈਗਾ ਹੈ। ਤੁਸੀਂ ਆਪਣੀ ਇਸ ਤਰ੍ਹਾਂ ਦੀਆਂ ਏਜੰਟ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਪੈਸੇ ਨਾ ਫਸਾਓ, ਕਿਉਂਕਿ ਬਹੁਤ ਜ਼ਿਆਦਾ ਪੈਸਿਆਂ ਦੀ ਗੱਲ ਕਰ ਰਹੇ ਹੈਗੇ ਆ। 1200 ਦੀ ਟਿਕਟ ਤਾਂ ਮਿਲ ਹੀ ਰਹੀ ਹੈਗੀ ਆ, ਪਰ ਜੇਕਰ ਇਸ ਤੋਂ ਕੋਈ ਜ਼ਿਆਦਾ ਤੁਹਾਨੂੰ ਚਾਰਜ ਕਰ ਰਿਹਾ ਹੈਗਾ ਅਤੇ ਇੱਕ ਵਾਰ ਮੇਕ ਸ਼ੋਰ ਕਰ ਲਓ ਕਿ ਐਕਚੁਅਲ ਦੇ ਵਿੱਚ ਹੈ ਜਾਂ ਨਹੀਂ ਹੈ। ਕਿਉਂਕਿ ਜੋ ਤੱਕ ਅਸੀਂ ਦੇਖਿਆ ਹੈਗਾ KLM ਖੁਦ ਵੀ ਆਪਣੀ ਫਲਾਈਟ 8 ਘੰਟੇ ਪਹਿਲਾਂ ਤੋਂ ਕੈਂਸਲ ਕਰ ਦਿੰਦੀ ਹੈ, ਬਿਕੋਜ਼ ਇੰਡੀਆ ਆਪਣਾ ਜਿਹੜਾ ਸਪੇਸ ਹੈ, ਏਅਰ ਸਪੇਸ ਹੈ, ਉਹਨੂੰ ਓਪਨ ਨਹੀਂ ਕਰਦਾ ਹੈਗਾ। ਸੋ ਜਿਹੜੀ ਸਿਚੁਏਸ਼ਨ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੈ, ਔਰ ਇਹਦੇ ਉੱਪਰ ਮਤਲਬ ਕਿਸੇ ਦੇ ਬੱਸ ਦੀ ਗੱਲ ਨਹੀਂ ਹੈਗੀ। ਕਿਸੇ ਨੂੰ ਨਹੀਂ ਪਤਾ ਹੈਗਾ ਕਿ ਜਿਹੜੀ ਸਿਚੁਏਸ਼ਨ ਹੈ ਕਿਸ ਤਰੀਕੇ ਦੇ ਵਿੱਚ ਇਵੋਲਵ ਹੋ ਸਕਦੀ ਹੈਗੀ ਹੈ। ਸੋ ਬੈਸਟ ਇਹੀ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਮਹਿਫੂਜ਼ ਰਹੋ, ਸੇਫ ਰਹੋ, ਔਰ ਜਿੰਨਾ ਚਿਰ ਆਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ ਤੁਸੀਂ ਆਪਣਾ ਖਿਆਲ ਰੱਖੋ।